ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਇੱਕ ਨਜ਼ਰ ਪਾਉਂਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਦੇਸ਼ ਨੂੰ ਸੰਬੋਧਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਵਿਸਥਾਰ ਹੁਣ ਨਵੰਬਰ ਮਹੀਨੇ ਤੱਕ ਕਰਨ ਦਾ ਕੀਤਾ ਐਲਾਨ। 59 ਚੀਨੀ ਐਪਸ ਨੂੰ ਬੈਨ ਕੀਤੇ ਜਾਣ ਤੋਂ ਬਾਅਦ ਗੂਗਲ ਤੇ ਐਪਲ ਨੇ ਆਪਣੇ ਪਲੇਟਫਾਰਮ ਤੋਂ ਇਹਨਾਂ ਐਪਸ ਨੂੰ ਹਟਾਉਣਾ ਕੀਤਾ ਸ਼ੁਰੂ। ਸਭ ਤੋਂ ਪਹਿਲਾਂ ਝਟਕਾ ਟਿਕਟੌਕ ਨੂੰ। ਭਾਰਤ 'ਚ ਕੋਰੋਨਾ ਵਾਇਰਸ ਤੋਂ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 5.5 ਲੱਖ ਤੋਂ ਪਾਰ। ਬਾਬਾ ਰਾਮਦੇਵ ਕੋਰੋਨਾ ਦੀ ਦਵਾਈ ਬਣਾਉਣ ਦੇ ਦਾਅਵੇ ਤੋਂ ਮੁੱਕਰੇ। ਸਕੂਲ ਫੀਸ ਮਾਮਲੇ 'ਚ ਹਾਈ ਕੋਰਟ ਦਾ ਮਾਪਿਆਂ ਨੂੰ ਝਟਕਾ। ਸਕੂਲ ਵਸੂਲ ਸਕਣਗੇ ਦਾਖਲਾ ਤੇ ਟਿਊਸ਼ਨ ਫੀਸ। ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਮਾਮਲੇ 'ਚ ਗ੍ਰਿਫਤਾਰ ਬਰਾੜ, ਪੰਧੇਰ ਤੇ ਬੰਸਲ ਨੇ ਮੰਗੀ ਜ਼ਮਾਨਤ। ਅਦਾਲਤ ਨੇ ਸਿੱਟ ਅਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ। ਤੇ ਹੁਣ ਖਬਰਾਂ ਦਾ ਵਿਸਥਾਰ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਫਿਰ ਵੀਡੀਓ ਕਾਨਫਰੰਸਿੰਗ ਰਾਹੀਂ ਲੋਕਾਂ ਦੇ ਰੂਬਰੂ ਹੋਏ, ਜਿਸ ਦੌਰਾਨ ਉਹਨਾਂ ਨਾ ਸਿਰਫ ਕੇਂਦਰ ਸਰਕਾਰ ਵੱਲੋਂ ਕੋਵਿਡ-19 ਦੇ ਦੌਰ ਦੌਰਾਨ ਕੀਤੇ ਗਏ ਲੋਕ ਭਲਾਈ ਦੇ ਕੰਮਾਂ ਦਾ ਜ਼ਿਕਰ ਕੀਤਾ, ਨਾਲ ਹੀ ਲੋਕਾਂ ਨੂੰ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਰਕਾਰ ਦਾ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੁਤਾਬਕ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਵਿਸਥਾਰ ਹੁਣ ਨਵੰਬਰ ਮਹੀਨੇ ਤੱਕ ਲਈ ਕਰ ਦਿੱਤਾ ਗਿਆ ਹੈ, ਜਿਸ ਦਾ ਲਾਭ 80 ਕਰੋੜ ਤੋਂ ਵੱਧ ਲੋਕਾਂ ਨੂੰ ਪਹੁੰਚੇਗਾ। ਇਸ ਤੇ ਸਰਕਾਰ ਵੱਲੋਂ ਲਗਭਗ 1.5 ਲੱਖ ਕਰੋੜ ਦਾ ਖਰਚ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ ਆਪਣੇ ਸੰਬੋਧਨ ਦੌਰਾਨ ਛਠ ਪੂਜਾ ਦਾ 2 ਵਾਰ ਕੀਤਾ ਗਿਆ ਜ਼ਿਕਰ ਸਿਆਸੀ ਮਾਹਿਰਾਂ ਮੁਤਾਬਕ ਬਿਹਾਰ ਦੀਆਂ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਵੱਲੋਂ ਅਨਲੌਕ 2 ਨੂੰ 31 ਜੁਲਾਈ ਤੱਕ ਵਧਾਏ ਜਾਣ ਦਾ ਐਲਾਨ ਕੀਤਾ ਜਾ ਚੁੱਕਾ ਹੈ। आज मैं इसी से जुड़ी एक महत्वपूर्ण घोषणा करने जा रहा हूं। साथियों, हमारे यहां वर्षा ऋतु के दौरान और उसके बाद मुख्य तौर पर कृषि क्षेत्र में, एग्रीकल्चर सेक्टर में ही ज्यादा काम होता है। अन्य दूसरे सेक्टरों में थोड़ी सुस्ती रहती है। जुलाई से धीरे धीरे त्योहारों का भी माहौल बनने लगता है। अब आप देखिए, अभी 5 जुलाई को गुरु पूर्णिमा है, फिर सावन शुरू हो रहा है, फिर 15 अगस्त आएगी, रक्षाबंधन आएगा, कृष्ण जन्माष्टमी आएगी, गणेश चतुर्थी आएगी, ओणम होगा, और आगे जाएं तो काटी बिहू है, नवरात्रि है, दुर्गा पूजा है, दशहरा है, दीपावली है, छठी मैया की पूजा है। त्योहारों का ये समय जरूरतें भी बढ़ाता है, खर्च भी बढ़ाता है। इन सभी बातों को ध्यान में रखते हुए ये फैसला लिया गया है कि प्रधानमंत्री गरीब कल्याण अन्न योजना का विस्तार अब दिवाली और छठ पूजा तक, यानी नवंबर महीने के आखिर तक कर दिया जाएगा। यानी 80 करोड़ लोगों को मुफ्त अनाज देने वाली ये योजना अब जुलाई, अगस्त, सितंबर, अक्टूबर, नवंबर में भी लागू रहेगी। ਭਾਰਤ ਸਰਕਾਰ ਵੱਲੋਂ ਟਿਕਟੌਕ ਸਮੇਤ 59 ਚੀਨੀ ਮੋਬਾਈਲ ਐਪਲੀਕੇਸ਼ਨਾਂ ਤੇ ਪਾਬੰਦੀ ਲਗਾਉਣ ਤੋਂ ਬਾਅਦ ਹੁਣ ਇਸ ਸੰਬੰਧੀ ਕਾਰਵਾਈ ਸ਼ੁਰੂ ਹੋ ਗਈ ਹੈ। ਗੂਗਲ ਤੇ ਐਪਲ ਨੇ ਆਪਣੇ ਪਲੇਟਫਾਰਮ ਤੋਂ ਇਹਨਾਂ ਐਪਸ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਪਹਿਲਾ ਝਟਕਾ ਟਿਕਟੌਕ ਨੂੰ ਲੱਗਾ ਹੈ, ਜਿਸ ਨੂੰ ਹੁਣ ਗੂਗਲ ਤੇ ਐਪਲ ਦੇ ਮੋਬਾਈਲ ਤੋਂ ਡਾਊਨਲੋਡ ਨਹੀਂ ਕੀਤਾ ਜਾ ਸਕੇਗਾ। ਚੀਨੀ ਮੋਬਾਈਲ ਐਪ ਟਿਕਟੌਕ ਨੂੰ ਭਾਰਤ ਸਰਕਾਰ ਤੋਂ ਬਾਅਦ ਗੂਗਲ ਤੇ ਐਪਲ ਨੇ ਝਟਕਾ ਦਿੱਤਾ ਹੈ। ਗੂਗਲ ਨੇ ਆਪਣੇ ਪਲੇ ਸਟੋਰ ਤੇ ਐਪਲ ਨੇ ਐਪ ਸਟੋਰ ਤੋਂ ਟਿਕਟੌਕ ਨੂੰ ਹਟਾ ਦਿੱਤਾ ਹੈ। ਦਰਅਸਲ ਕੱਲ ਹੀ ਭਾਰਤ ਸਰਕਾਰ ਨੇ ਚੀਨ ਤੇ ਡਿਜੀਟਲ ਸਟ੍ਰਾਈਕ ਕਰਦਿਆਂ ਟਿਕਟੌਕ ਸਮੇਤ 59 ਚੀਨੀ ਮੋਬਾਈਲ ਐਪਸ ਤੇ ਬੈਨ ਲਗਾ ਦਿੱਤਾ ਸੀ। ਇਹਨਾਂ 'ਚ ਕੈਮ ਸਕੈਨਰ, ਹੈਲੋ, ਵੀਚੈਟ,
UC ਨਿਊਜ਼ ਵਰਗੇ ਪ੍ਰਮੁੱਖ ਐਪਸ ਵੀ ਸ਼ਾਮਿਲ ਨੇ। ਉੱਥੇ ਹੀ ਭਾਰਤ 'ਚ ਚੀਨ ਤੋਂ ਦਰਾਮਦ ਤੇ ਲਗਾਮ ਲਈ ਵੀ ਮੰਥਨ ਸ਼ੁਰੂ ਹੋ ਗਿਆ ਹੈ। ਸਨਅਤੀ ਸੰਗਠਨਾਂ ਨਾਲ ਸਲਾਹ ਮਸ਼ਵਰਾ ਸ਼ੁਰੂ ਹੋ ਗਿਆ ਹੈ ਕਿ ਕਦੋਂ ਤੇ ਕਿਵੇਂ ਦਰਾਮਦ ਤੇ ਰੋਕ ਲਾਈ ਜਾ ਸਕਦੀ ਹੈ। ਚੀਨ ਦੇ ਐਪਸ ਨੂੰ ਲੈ ਕੇ ਕੌਮਾਂਤਰੀ ਪੱਧਰ ਤੇ ਖਦਸ਼ਾ ਪ੍ਰਗਟਾਇਆ ਜਾਂਦਾ ਰਿਹਾ ਹੈ। ਸੋਮਵਾਰ ਨੂੰ ਸਰਕਾਰ ਨੇ ਇਸੇ ਮਾਪਦੰਡ ਤੇ ਫੈਸਲਾ ਕੀਤਾ ਕਿ ਚੀਨ ਦੇ ਇਹ 59 ਐਪਸ ਭਾਰਤ ਦੀ ਪ੍ਰਭੂਸੱਤਾ, ਅਖੰਡਤਾ ਤੇ ਸੁਰੱਖਿਆ ਨੂੰ ਲੈ ਕੇ ਖਤਰਾ ਨੇ। ਇਸ ਲਈ ਸਰਕਾਰ ਨੇ IT ਐਕਟ 69A ਸੈਕਸ਼ਨ ਤਹਿਤ ਇਹਨਾਂ 59 ਐਪਸ ਤੇ ਪਾਬੰਦੀ ਲਾਉਣ ਦਾ ਫੈਸਲਾ ਕੀਤਾ। ਸਰਕਾਰ ਨੂੰ ਇਹਨਾਂ ਐਪਸ ਦੀ ਗਲਤ ਵਰਤੋਂ ਨੂੰ ਲੈ ਕੇ ਕਈ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ। ਸਰਕਾਰ ਨੂੰ ਇਹ ਵੀ ਸ਼ਿਕਾਇਤ ਮਿਲ ਰਹੀ ਸੀ ਕਿ ਇਹ ਐਪਸ ਐਂਡਰੋਇਡ ਤੇ iOS ਪਲੇਟਫਾਰਮ ਤੋਂ ਡਾਟਾ ਚੋਰੀ ਕਰਨ 'ਚ ਵੀ ਸਹਾਇਕ ਨੇ, ਜਿਸ ਨਾਲ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਸਨ। ਸਰਕਾਰ ਦੇ ਸਾਈਬਰ ਕ੍ਰਾਈਮ ਤੇ ਨਜ਼ਰ ਰੱਖਣ ਵਾਲੇ ਸੈਂਟਰ ਤੇ ਗ੍ਰਹਿ ਮੰਤਰਾਲੇ ਵੱਲੋਂ ਵੀ ਇਹਨਾਂ ਐਪਸ ਤੇ ਰੋਕ ਲਾਉਣ ਦੀ ਸਿਫਾਰਿਸ਼ ਕੀਤੀ ਗਈ ਸੀ। ਭਾਰਤ 'ਚ ਟਿਕਟੌਕ ਦੇ ਲੱਖਾਂ ਫਾਲੋਅਰਸ ਨੇ। ਸਰਕਾਰ ਦੇ ਇਸ ਫੈਸਲੇ ਨਾਲ ਭਾਰਤ 'ਚ ਬਣੇ ਐਪ ਨੂੰ ਅੱਗੇ ਆਉਣ ਦਾ ਮੌਕਾ ਮਿਲੇਗਾ। ਉੱਥੇ ਹੀ ਚੀਨ ਨੂੰ ਵੱਡਾ ਝਟਕਾ ਵੀ ਲੱਗੇਗਾ। ਚੀਨ ਦੀਆਂ ਜਿਨ੍ਹਾਂ 59 ਐਪਸ ਤੇ ਰੋਕ ਲੱਗੀ ਏ ਉਹਨਾਂ ਵਿੱਚ ਸ਼ੇਅਰਇਟ, ਕਵਾਈ, ਬਾਈਡੂ ਮੈਪ, ਸ਼ੀਨ, ਕਲੈਸ਼ ਆਫ ਕਿੰਗਸ, DU ਬੈਟਰੀ ਸੇਵਰ, ਹੈਲੋ, ਲਾਈਕੀ, ਯੂ ਕੈਨ ਮੇਕਅਪ, ਮਾਈ ਕਮਿਊਨਿਟੀ, UC ਨਿਊਜ਼, ਵੀਬੋ, ਵੀਮੈਟ, ਵੀਗੋ ਵੀਡੀਓ, ਸਵੀਟ ਸੈਲਫੀ ਵਰਗੇ ਪ੍ਰਸਿੱਧ ਐਪ ਸ਼ਾਮਿਲ ਨੇ। ਦੂਜੇ ਪਾਸੇ ਬੈਨ ਤੋਂ ਬਾਅਦ ਟਿਕਟੌਕ ਇੰਡੀਆ ਦਾ ਬਿਆਨ ਸਾਹਮਣੇ ਆਇਆ ਹੈ। ਕੰਪਨੀ ਮੁਤਾਬਕ ਉਹਨਾਂ ਨੇ ਕਦੀ ਵੀ ਕਿਸੇ ਗ੍ਰਾਹਕ ਦਾ ਨਿੱਜੀ ਡੇਟਾ ਕਿਸੇ ਵੀ ਸਰਕਾਰ ਨਾਲ ਸਾਂਝਾ ਨਹੀਂ ਕੀਤਾ। ਉਹਨਾਂ ਲਈ ਗਾਹਕ ਦੀ ਨਿੱਜਤਾ ਸਭ ਤੋਂ ਉੱਪਰ ਹੈ। ਟਿਕਟੌਕ ਦੇ ਅਧਿਕਾਰੀਆਂ ਮੁਤਾਬਕ ਉਹਨਾਂ ਦੀ ਭਾਰਤ ਸਰਕਾਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਚੱਲ ਰਹੀ ਹੈ। ਬਿਊਰੋ ਰਿਪੋਰਟ, TV ਪੰਜਾਬ। ਭਾਰਤ 'ਚ ਕੋਰੋਨਾ ਵਾਇਰਸ ਤੋਂ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 5.5 ਲੱਖ ਤੋਂ ਵੀ ਪਾਰ ਹੋ ਗਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ 'ਚ ਹੁਣ ਤੱਕ 5,66,000 ਲੋਕ ਸੰਕਰਮਿਤ ਹੋਏ ਨੇ। ਇਸ ਤੋਂ 16,893 ਲੋਕਾਂ ਦੀ ਮੌਤ ਹੋਈ ਹੈ, ਜਦਕਿ 3,34,000 ਲੋਕ ਇਲਾਜ ਤੋਂ ਬਾਅਦ ਠੀਕ ਵੀ ਹੋ ਗਏ ਨੇ। ਪਿਛਲੇ 24 ਘੰਟਿਆਂ 'ਚ ਕੋਰੋਨਾ ਵਾਇਰਸ ਦੇ 18,522 ਨਵੇਂ ਕੇਸ ਸਾਹਮਣੇ ਆਏ ਨੇ ਤੇ 418 ਮੌਤਾਂ ਹੋਈਆਂ ਨੇ। ਤਸੱਲੀ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੀ ਰਿਕਵਰੀ ਰੇਟ 'ਚ ਵੀ ਲਗਾਤਾਰ ਸੁਧਾਰ ਹੋ ਰਿਹਾ ਹੈ। ਕੋਰੋਨਾ ਦੇ ਮਰੀਜ਼ਾਂ ਦੀ ਇਹ ਰਿਕਵਰੀ ਰੇਟ 58.67% ਤੱਕ ਪਹੁੰਚ ਗਈ ਹੈ। ਪਰ ਅਮਰੀਕਾ, ਬ੍ਰਾਜ਼ੀਲ, ਰੂਸ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ 'ਚ ਭਾਰਤ ਚੌਥੇ ਨੰਬਰ ਤੇ ਹੈ। ਕੋਰੋਨਿਲ ਕੋਰੋਨਾ ਦੀ ਦਵਾਈ ਨਹੀਂ, ਸਗੋਂ ਇਮਿਊਨਿਟੀ ਬੂਸਟਰ ਹੈ। ਉੱਤਰਾਖੰਡ ਆਯੁਸ਼ ਵਿਭਾਗ ਵੱਲੋਂ ਜਾਰੀ ਨੋਟਿਸ ਦੇ ਜਵਾਬ 'ਚ ਬਾਬਾ ਰਾਮਦੇਵ ਨੇ ਇਹ ਗੱਲ ਮੰਨ ਲਈ ਹੈ। ਇਸ ਤੋਂ ਪਹਿਲਾਂ ਬਾਬਾ ਰਾਮਦੇਵ ਨੇ ਪਿਛਲੇ ਹਫਤੇ ਪ੍ਰੈਸ ਕਾਨਫਰੰਸ ਦੌਰਾਨ ਕੋਰੋਨਾ ਦੀ ਦਵਾਈ ਬਣਾਉਣ ਅਤੇ ਉਸ ਦੀ ਹੋਮ ਡਿਲੀਵਰੀ ਕਰਨ ਦਾ ਦਾਅਵਾ ਕੀਤਾ ਸੀ। ਪਤੰਜਲੀ ਯੋਗ ਪੀਠ ਦੀ ਦਿਵਯ ਫਾਰਮੇਸੀ ਪਹਿਲਾਂ ਕੀਤੇ ਕੋਰੋਨਾ ਦੀ ਦਵਾਈ ਈਜਾਦ ਕਰਨ ਦੇ ਦਾਅਵਿਆਂ ਤੋਂ ਪਲਟ ਗਈ ਹੈ। ਉੱਤਰਾਖੰਡ ਆਯੁਸ਼ ਵਿਭਾਗ ਵੱਲੋਂ ਜਾਰੀ ਨੋਟਿਸ ਦੇ ਜਵਾਬ 'ਚ ਸੋਮਵਾਰ ਨੂੰ ਉਸ ਨੇ ਅਜਿਹੀ ਕੋਈ ਦਵਾਈ ਨਾ ਬਣਾਉਣ ਦੀ ਗੱਲ ਕਹੀ ਹੈ। ਦੱਸ ਦਈਏ ਕਿ ਪਿਛਲੇ ਮੰਗਲਵਾਰ ਨੂੰ ਕੋਰੋਨਿਲ ਦੀ ਲਾਂਚਿੰਗ ਦੌਰਾਨ ਯੋਗ ਗੁਰੂ ਬਾਬਾ ਰਾਮਦੇਵ ਤੇ ਆਚਾਰੀਆ ਬਾਲਾਕ੍ਰਿਸ਼ਨ ਨੇ ਕੋਰੋਨਿਲ, ਸ਼ਵਸਾਰ ਵੱਟੀ ਤੇ ਅਣੂ ਤੇਲ ਨਾਲ ਕੋਰੋਨਾ ਦੇ ਇਲਾਜ ਦਾ ਦਾਅਵਾ ਕੀਤਾ ਸੀ। 24 ਜੂਨ ਨੂੰ ਉੱਤਰਾਖੰਡ ਆਯੁਸ਼ ਵਿਭਾਗ ਨੇ ਪਤੰਜਲੀ ਨੂੰ ਨੋਟਿਸ ਜਾਰੀ ਕੀਤਾ ਸੀ। ਨਾਲ ਹੀ 7 ਦਿਨਾਂ ਦੇ ਅੰਦਰ ਨੋਟਿਸ ਦਾ ਜਵਾਬ ਦੇਣ ਨੂੰ ਵੀ ਕਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਪਤੰਜਲੀ ਨੇ ਆਪਣੇ ਜਵਾਬ 'ਚ ਕੋਰੋਨਾ ਦੀ ਦਵਾਈ ਨਹੀਂ ਹੋਣ ਦੀ ਗੱਲ ਮੰਨ ਲਈ ਹੈ। ਕਿਹਾ ਗਿਆ ਹੈ ਕਿ ਇਹ ਦਵਾਈ ਇਮਿਊਨਿਟੀ ਬੂਸਟ ਕਰਨ ਲਈ ਹੈ, ਜਿਸ ਨਾਲ ਕੋਰੋਨਾ ਤੋਂ ਬਚਾਅ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਜਦ ਬਾਬਾ ਰਾਮਦੇਵ ਨੇ ਕੋਰੋਨਿਲ ਨੂੰ ਲਾਂਚ ਕੀਤਾ ਸੀ ਤਾਂ ਕਿਹਾ ਸੀ ਕਿ ਇਸ ਦਾ ਪ੍ਰੀਖਣ ਕੋਰੋਨਾ ਮਰੀਜ਼ਾਂ ਤੇ ਕੀਤਾ ਗਿਆ ਹੈ ਤੇ ਹੁਣ ਉਹ ਬਿਲਕੁਲ ਠੀਕ ਹੋ ਗਏ ਨੇ। ਬਾਬਾ ਰਾਮਦੇਵ ਨੇ ਇਸ ਦਵਾਈ ਦੀ ਸਪਲਾਈ ਲਈ ਇੱਕ ਮੋਬਾਈਲ ਐਪ ਲਾਂਚ ਕਰਨ ਬਾਰੇ ਵੀ ਕਿਹਾ ਸੀ
ਪਰ ਜਦ ਵਿਵਾਦ ਭਖਿਆ ਤਾਂ ਉਸ ਐਪ ਦੀ ਲਾਂਚਿੰਗ ਵੀ ਟਾਲ ਦਿੱਤੀ ਗਈ। ਹੁਣ ਬਾਬਾ ਰਾਮਦੇਵ ਤੇ ਆਚਾਰੀਆ ਬਾਲਾ ਕ੍ਰਿਸ਼ਨ ਕੋਰੋਨਾ ਦੀ ਦਵਾਈ ਇਜਾਦ ਕਰਨ ਦੇ ਦਾਅਵੇ ਤੋਂ ਪਲਟ ਗਏ ਨੇ ਤਾਂ ਇਹ ਸਵਾਲ ਉੱਠਦਾ ਹੈ ਕਿ ਕੀ ਉਹਨਾਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਏਗੀ, ਕਿਉਂਕਿ ਇਸ ਤੋਂ ਪਹਿਲਾਂ ਵੀ ਕੁਝ ਲੋਕਾਂ ਨੇ ਕੋਰੋਨਾ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਸੀ, ਜਿਨ੍ਹਾਂ ਤੇ ਬਕਾਇਦਾ FIR ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਗਈ ਸੀ। ब्यूरो रिपोर्ट टीवी पंजाब। उधर पंजाब के सेहत मंत्री बलबीर सिद्धू का इस संबंधी वड्डा बयान आया है। सेहत मंत्री ने कहा कि पंजाब च रामदेव की कोरोलिन दवाई नहीं विकेगी। आयुष मंत्रालय वालों भी दवाई के प्रचार प्रसार से रोक लगाई गई है। इस दे नाल ही पतंजलि ते सरकार नूं पूरी जानकारी ना देण दे इल्जाम लगे ने। बलबीर सिद्धू ने कहा कि बिना मंजूरी दवाई वेचण की इजाजत नहीं है। इस दे नाल ही महाराष्ट्र ते राजस्थान च भी दवाई ते पाबंदी लग चुकी है। निजी स्कूलों वालों वसूलियां जा रही फीसां का विरोध कर रहे मापियां नूं अदालत वालों एक बार फिर झटका दिता गया है। पंजाब ते हरियाणा हाई कोर्ट च सुनवाई कर रही बेंच ने कहा है कि स्कूल दाखला ते ट्यूशन फीस वसूल सकणगे, पर जेकर कोई मापा फीस नहीं दे सकता तो उसनूं अपने हालातां संबंधी पुख्ता सबूत पेश करने पैणगे, जिन्हां दे आधार ते स्कूल फीस नहीं वसूल करेगा। निजी स्कूलों वालों वसूली जा रही फीस ते इस दा विरोध कर रहे मापियां दे मामले दे विच अज हाई कोर्ट ने अपना फैसला सुना दिता है। हाई कोर्ट दे फैसले दे मुताबक हुण स्कूलों नूं दाखला ते ट्यूशन फीस वसूलण दी छूट होवेगी। इत्थों तक कि इस मामले की सुनवाई कर रहे बेंच ने यह भी कहा है कि लॉकडाउन दौरान स्कूल चलाउण ते आया जायज़ खर्चा भी वसूलिया जा सकता है। पर इस दे नाल नाल बेंच ने स्कूलों नूं इस साल फीसां ना वधाउण दा भी हुक्म दिता है। मापियां लई इन्नी राहत जरूर दिती गई है कि फीस ना देण दी हालत च वो अपने वित्ती हालातां संबंधी ठोस सबूतां नाल स्कूल नूं बेनती पत्र दे सकणगे ते स्कूलों नूं इस ते गौर भी करना पवेगा। जे कोई स्कूल इस ते गौर नहीं करता तां मापे रैगूलेटरी अथॉरिटी कोल संपर्क कर सकते हैं। इस तो इलावा जिहड़े स्कूलों की वित्ती हालत ठीक नहीं ते उन्हां दे कोल कोई रिजर्व फंड भी नहीं, वो जिला सिक्ख्या अफसरां कोल पहुँच करनगे। सरकार वालों पिछले फैसले च बदलाव करन दी मंग बारे हाई कोर्ट ने कहा है कि मुख मामले का नवेड़ा हो गया है ते अजिहे च पुराने अंतरिम हुक्मां च सोध दी मंग आपे ही खत्म हो गई है। ते उत्थे ही हाई कोर्ट ने स्कूलों नूं लॉकडाउन दौरान सह पाठक्रम सरगर्मियां जिहड़ियां होईयां ही नहीं दा खर्चा वसूलण तो भी वरजिया है। हुण देखना होएगा कि हाई कोर्ट दे इस फैसले तो बाद पंजाब सरकार कोई इस तो इलावा मापियां नूं राहत देण लई कदम चुकदी है या इसे फैसले नूं इन बिन लागू कर दिता जांदा है। ब्यूरो रिपोर्ट टीवी पंजाब। कोटकपूरा ते बैबल कला गोलीकांड मामले च बीते दिनी गिरफ्तार किए गए सुहेल बराड़, गुरदीप पंधेर ते पंकज बांसल ने अदालत च जमानत लई अर्जी दी है। अर्जी च इन्होंने जांच च पूरा सहयोग देने की गल कही है। इस तो बाद अदालत ने विशेष जांच टीम ते पंजाब सरकार नूं 2 जुलाई लई नोटिस भेज दिता है। बैबल कलां गोलीकांड ते बेअदबी मामला एक बार फिर सुर्खियां दे विच है, क्योंकि कोटकपूरा ते बैबल कलां गोलीकांड च 2 हफ्ते पहलां गिरफ्तार किए गए सुहेल सिंह बराड़, पंकज बंसल ते थाना सिटी कोटकपूरा दे उस समय दे SHO गुरदीप सिंह पंधेर ने
ਜ਼ਮਾਨਤ ਦੇ ਲਈ ਅਰਜ਼ੀ ਦਿੱਤੀ ਏ ਤੇ ਅਦਾਲਤ ਨੇ ਇਸ ਅਰਜ਼ੀ ਤੇ SIT ਤੇ ਪੰਜਾਬ ਸਰਕਾਰ ਨੂੰ 2 ਜੁਲਾਈ ਲਈ ਨੋਟਿਸ ਜਾਰੀ ਕਰ ਦਿੱਤਾ ਏ। ਇਹਨਾਂ ਸਾਰੇ ਮੁਲਜ਼ਮਾਂ ਨੇ ਜ਼ਮਾਨਤ ਅਰਜ਼ੀ 'ਚ ਦਾਅਵਾ ਕੀਤਾ ਏ ਕਿ ਜਾਂਚ ਟੀਮ ਨੇ ਉਹਨਾਂ ਨੂੰ ਜਾਣ ਬੁੱਝ ਕੇ ਕੇਸ 'ਚ ਝੂਠਾ ਫਸਾਇਆ ਏ ਤੇ ਬਹਿਬਲ ਤੇ ਕੋਟਕਪੂਰਾ ਗੋਲੀकांड 'ਚ ਉਹਨਾਂ ਦੀ ਕੋਈ ਸ਼ਮੂਲੀਅਤ ਨਹੀਂ। ਜ਼ਮਾਨਤ ਮੰਗਣ ਵਾਲੇ ਸਾਰੇ ਮੁਲਜ਼ਮ ਇਸ ਸਮੇਂ ਜੇਲ੍ਹ 'ਚ ਨਜ਼ਰਬੰਦ ਨੇ ਤੇ ਇਹਨਾਂ ਅਦਾਲਤ ਨੂੰ ਦੱਸਿਆ ਏ ਕਿ ਚੱਲਦੇ ਮੁਕੱਦਮੇ ਤੱਕ ਜੇਕਰ ਉਹਨਾਂ ਨੂੰ ਜ਼ਮਾਨਤ ਮਿਲਦੀ ਏ ਤਾਂ ਉਹ ਕੇਸ ਦੀ ਪ੍ਰਕਿਰਿਆ ਨੂੰ ਕਿਸੇ ਵੀ ਤਰ੍ਹਾਂ ਨਾਲ ਪ੍ਰਭਾਵਿਤ ਨਹੀਂ ਕਰਨਗੇ ਤੇ ਅਦਾਲਤ ਨੇ ਵਿਸ਼ੇਸ਼ ਜਾਂਚ ਟੀਮ ਨੂੰ ਕੇਸਾਂ ਨਾਲ ਸੰਬੰਧਿਤ ਰਿਕਾਰਡ ਵੀ ਅਦਾਲਤ ਸਾਹਮਣੇ ਪੇਸ਼ ਕਰਨ ਲਈ ਹੁਕਮ ਦਿੱਤੇ ਨੇ। ਇੱਥੇ ਦੱਸ ਦਈਏ ਕਿ ਪੰਕਜ ਬੰਸਲ ਤੇ ਸੁਹੇਲ ਸਿੰਘ ਬਰਾੜ ਨੂੰ ਇਸ ਸਾਰੇ ਮਾਮਲੇ 'ਚ ਸਾਜ਼ਿਸ਼ ਤਹਿਤ ਦੋਸ਼ੀਆਂ ਨੂੰ ਬਚਾਉਣ ਲਈ ਝੂਠੇ ਸਬੂਤ ਤਿਆਰ ਕਰਨ ਅਤੇ ਉਸ ਸਮੇਂ ਦੇ SHO ਗੁਰਦੀਪ ਪੰਧੇਰ ਨੂੰ ਕਾਰਤੂਸ ਖੁਰਦ-ਬੁਰਦ ਕਰਨ ਅਤੇ ਫਰਜ਼ੀ ਰਿਕਾਰਡ ਤਿਆਰ ਕਰਨ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਬਿਊਰੋ ਰਿਪੋਰਟ TV ਪੰਜਾਬ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 6ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਮੀਰੀ ਪੀਰੀ ਦਿਵਸ ਮੌਕੇ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮੀਰੀ ਪੀਰੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਅੱਜ ਦਾ ਦਿਨ ਸਿੱਖ ਕੌਮ ਲਈ ਖਾਸ ਹੈ ਕਿਉਂਕਿ ਇਸ ਦਿਨ ਤਖਤ ਤੇ ਬਿਰਾਜਮਾਨ ਹੋ ਕੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ 2 ਕਿਰਪਾਨਾਂ ਧਾਰਨ ਕੀਤੀਆਂ ਸਨ। ਉਹਨਾਂ ਕਿਹਾ ਕਿ ਕੌਮ ਨੂੰ ਆਪਣੀਆਂ ਰਵਾਇਤਾਂ ਅਤੇ ਪਰੰਪਰਾਵਾਂ ਤੇ ਪਹਿਰਾ ਦੇਣਾ ਚਾਹੀਦਾ ਹੈ। ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਅੱਜ ਬਰਨਾਲਾ 'ਚ 6 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਮੁਤਾਬਕ ਪਹਿਲਾਂ ਤੋਂ ਆਰਥਿਕ ਮੰਦੀ ਦੀ ਮਾਰ ਚੱਲ ਰਿਹਾ ਲੋਕਾਂ ਦੀ ਜੇਬ ਤੇ ਤੇਲ ਦੀਆਂ ਕੀਮਤਾਂ ਵਧਾ ਕੇ ਡਾਕਾ ਮਾਰਿਆ ਜਾ ਰਿਹਾ ਹੈ। ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲਓ। ਪੈਟਰੋਲ ਤੇ ਡੀਜ਼ਲ ਦੀਆਂ ਜਿਵੇਂ ਲਗਾਤਾਰ ਕੀਮਤਾਂ ਅਸਮਾਨ ਵੱਲ ਨੂੰ ਜਾ ਰਹੀਆਂ ਨੇ ਤਿਵੇਂ ਲੋਕਾਂ ਦਾ ਸਬਰ ਵੀ ਜਵਾਬ ਦਿੰਦਾ ਨਜ਼ਰ ਆ ਰਿਹਾ ਹੈ, ਜਿਸ ਦੀ ਸਿੱਧੀ ਉਦਾਹਰਣ ਹੈ ਕਿ ਲੋਕ ਹੁਣ ਸੜਕਾਂ ਤੇ ਉਤਰਨੇ ਸ਼ੁਰੂ ਹੋ ਗਏ ਨੇ। ਅੱਜ ਵੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਵਿਰੋਧ 'ਚ 6 ਕਿਸਾਨ ਸੰਗਠਨਾਂ ਨੇ ਬਰਨਾਲਾ ਦੇ ਵਿੱਚ ਪੈਟਰੋਲ ਪੰਪਾਂ ਤੇ ਧਰਨਾ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਕੇਂਦਰ ਦੇ ਨਾਲ ਇਹਨਾਂ ਕਿਸਾਨ ਜਥੇਬੰਦੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਵੀ ਲੰਬੇ ਹੱਥੀਂ ਲਿਆ ਕਿਉਂਕਿ ਸੂਬਾ ਸਰਕਾਰ ਨੇ ਵੀ ਤੇਲ ਦੀਆਂ ਕੀਮਤਾਂ ਤੇ ਵੈਟ ਵਧਾਇਆ ਹੈ। ਇਹਨਾਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਸੀ ਕਿ 3 ਹਫ਼ਤਿਆਂ ਤੋਂ ਲਗਾਤਾਰ ਪੈਟਰੋਲ ਤੇ ਡੀਜ਼ਲ ਦੇ ਭਾਅ ਕੇਂਦਰ ਸਰਕਾਰ ਦੇ ਵੱਲੋਂ ਵਧਾਏ ਜਾ ਰਹੇ ਨੇ, ਜੋ ਕਿ ਸਰਾਸਰ ਆਮ ਲੋਕਾਂ ਦੀ ਖੁੱਲੀ ਲੁੱਟ ਹੈ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋ ਰਹੀਆਂ ਨੇ ਪਰ ਕੇਂਦਰ ਸਰਕਾਰ ਵਾਰ-ਵਾਰ ਐਕਸਾਈਜ਼ ਡਿਊਟੀ ਵਧਾ ਕੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਅੱਗ ਲਾ ਰਹੀ ਹੈ, ਜਿਹੜੀ ਕਿ ਸਿੱਧੇ ਤੌਰ ਤੇ ਲੋਕਾਂ ਦੀ ਜੇਬ ਦੇ ਉੱਤੇ ਡਾਕਾ ਕਿਹਾ ਜਾ ਸਕਦਾ ਹੈ। ਜਿਹੜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ 20-21 ਦਿਨਾਂ ਤੋਂ ਡੇਲੀ ਵੱਧ ਰਹੀਆਂ ਨੇਗੀਆਂ, ਉਹਨਾਂ ਦੇ ਖਿਲਾਫ ਆ, ਜਿਹਦੇ ਨਾਲ ਲੋਕਾਂ ਤੇ ਸਾਡੇ ਆਰਥਿਕਤਾ ਤੇ ਬਹੁਤ ਬੁਰਾ ਅਸਰ ਆ ਜਿਹੜਾ ਪੈ ਰਿਹਾ ਕਿਉਂਕਿ ਪੈਟਰੋਲ ਤੇ ਡੀਜ਼ਲ ਦੇ ਨਾਲ ਸਾਡੀ ਟਰਾਂਸਪੋਰਟੇਸ਼ਨ ਪ੍ਰਭਾਵਿਤ ਹੁੰਦੀ ਹੈ। ਉਹਦੇ ਨਾਲ ਹਰ ਇੱਕ ਚੀਜ਼ ਜਿਹੜੀਆਂ ਚਾਹੇ ਸਾਡੀਆਂ ਉਹ ਖਾਣ ਵਾਲੀਆਂ ਵਸਤਾਂ ਨੇ ਜਾਂ ਸਾਡੇ ਰੋਜ਼ਾਨਾ ਵਰਤੋਂ ਆਉਣ ਵਾਲੀਆਂ ਚੀਜ਼ਾਂ ਤੇ ਜਿਹੜੀ ਮਹਿੰਗਾਈ ਆ ਉਹ ਵੱਧ ਰਹੀ ਹੈ। ਤੇ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਨੇ ਫੈਸਲਾ ਕੀਤਾ ਕਿ ਸਮੁੱਚੇ ਹਿੰਦੁਸਤਾਨ ਦੇ ਵਿੱਚ ਪੈਟਰੋਲ ਪੰਪਾਂ ਅੱਗੇ ਤਖਤੀਆਂ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾਵੇ। ਕਿਸਾਨ ਉੱਤੇ ਤੋਂ ਡੀਜ਼ਲ ਦੀ ਉਤਾਰ ਵੱਧਦੀ ਤੁਰੀ ਜਾ ਰਹੀ ਆ, ਕਿਤੇ ਰੁਪਈਆ ਕਿਤੇ 1.5 ਰੁਪਈਆ ਵਧੀ ਤੁਰਿਆ ਜਾਂਦਾਗਾ ਕਿਉਂਕਿ ਕਿਸਾਨ ਜੋ ਲਾਈਟ ਇੱਕ ਆਊਟ ਪੈ ਗਈ, ਲਾਈਟ ਆ ਨਹੀਂ ਰਹੀ, ਲਾਈਟ ਦੇ ਕਾਰਨ ਡੀਜ਼ਲ ਵੱਧ ਮੱਚ ਰਿਹਾ ਕਿਉਂਕਿ ਹੋਰ ਤਾਂ ਸਾਰੀਆਂ ਚੀਜ਼ਾਂ ਖੜੀਆਂ ਨੇਗੀਆਂ, ਇੱਕ ਕਿਸਾਨ ਹੀ ਆ ਜਿਹੜਾ ਮਤਲਬ ਇਹ ਝੋਨੇ ਦੀ ਇਸ ਲਵਾਈ ਚੱਲ ਰਹੀ ਹੈਗੀ। ਕਿਸਾਨ ਤੇ ਕੁੱਲ ਪੀੜਤਾਂ ਪੈ ਗਈਆਂ, ਉਧਰ ਤਾਂ ਝੋਨੇ ਦੀ ਲਵਾਈ, ਉਧਰ ਡੀਜ਼ਲ ਦੀ ਪੈ ਗਈ, ਉਧਰ ਰੱਬ ਦੀ ਕੋਈ ਕਰੋਪੀ ਹੋ ਗਈ, ਬਾਰਿਸ਼ ਨਹੀਂ ਪਈ, ਸਾਰਾ ਜਿਹੜੀ ਕਿਸਾਨ ਪੀੜਿਆ ਗਿਆ 4 ਸਪੇਰਿਓਂ। ਤੇ ਜੋ ਕੈਪਟਨ ਵਰਗੀਆਂ ਸਰਕਾਰਾਂ ਨੇਗੀਆਂ
ਅਸੀਂ ਤਾਂ ਕੈਪਟਨ ਵਰਗਿਆਂ ਨੂੰ ਕਹਿ ਸਕਦੇ ਹਾਂ, ਜਦੋਂ ਇੱਥੋਂ ਦੀ ਪੰਜਾਬ ਦੀ ਕਿਸਾਨੀ ਡੁੱਬ ਰਹੀ ਹੈਗੀ, ਇਹ ਕੈਪਟਨ ਸਾਹਿਬ ਨੇ ਜੋ ਗੁੱਟਕੇ ਤੇ ਸੌਹਾਂ ਖਾਧੀਆਂ ਸੀ, ਪਰ ਹੁਣ ਕਿਸਾਨ ਇਹਨੇ ਬਿਲਕੁਲ ਜਮਾ ਮਿੱਟੀ 'ਚ ਰੋਲਤਾ। ਕੋਈ ਡੀਜ਼ਲ ਦੀ ਇਹਨੂੰ ਮਾੜੀ ਮੱਟੀ ਕੈਪਟਨ ਸਾਹਿਬ ਨੂੰ ਸ਼ਰਮ ਚਾਹੀਦੀ ਆ ਵੀ ਮਾੜੀ ਮੱਟੀ ਤਾਂ ਕਿਸਾਨ ਦੀ ਕੋਈ ਕੁਛ ਤਾਂ ਕਰੇ। ਗੌਰਤਲਬ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਲਗਾਤਾਰ ਕੇਂਦਰ ਸਰਕਾਰ ਘਿਰਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ ਵੱਲੋਂ ਵੀ ਪੰਜਾਬ ਦੇ ਵਿੱਚ ਜ਼ਿਲ੍ਹਾ ਪੱਧਰੀ ਧਰਨੇ ਪ੍ਰਦਰਸ਼ਨ ਕੀਤੇ ਗਏ, ਜਿਸ ਤੋਂ ਬਾਅਦ ਹੁਣ ਅਕਾਲੀ ਦਲ ਵੀ 7 ਜੁਲਾਈ ਤੋਂ ਕੇਂਦਰ ਸਰਕਾਰ ਦੇ ਖਿਲਾਫ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਰੋਸ ਮੁਜ਼ਾਹਰੇ ਕਰਨ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਵੀ ਸੜਕਾਂ ਤੇ ਉਤਰ ਗਈਆਂ ਨੇ। ਕੁੱਲ ਮਿਲਾ ਕੇ ਚੌਤਰਫਾ ਵਿਰੋਧ ਝੱਲਣਾ ਪੈ ਰਿਹਾ ਹੈ। ਬਾਵਜੂਦ ਇਸ ਦੇ ਕੇਂਦਰ ਸਰਕਾਰ ਵੱਲੋਂ ਵੱਧ ਰਹੀਆਂ ਕੀਮਤਾਂ ਨੂੰ ਕਾਬੂ ਕਰਨ ਦੀ ਕੋਈ ਵੀ ਕੋਸ਼ਿਸ਼ ਕੀਤੀ ਜਾ ਰਹੀ ਨਜ਼ਰ ਨਹੀਂ ਆ ਰਹੀ। ਬਿਊਰੋ ਰਿਪੋਰਟ, ਟੀਵੀ ਪੰਜਾਬ। ਨਵਾਂਸ਼ਹਿਰ ਦੇ ਪਿੰਡ ਸ਼ਮਸਪੁਰਾ 'ਚ ਇੱਕ ਨੌਜਵਾਨ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਤੋਂ ਪਹਿਲਾਂ ਉਸਨੇ ਫੇਸਬੁੱਕ ਤੇ ਵੀਡੀਓ ਲਾਈਵ ਕੀਤੀ ਤੇ ਪੁਲਿਸ ਦੇ ਸਿਆਸੀ ਦਬਾਅ ਹੇਠ ਪੰਚਾਇਤੀ ਝਗੜੇ ਦੇ ਮਾਮਲੇ 'ਚ ਕਾਰਵਾਈ ਨਾ ਕਰਨ ਦੇ ਦੋਸ਼ ਲਾਏ। ਦਰਅਸਲ ਇਸ ਨੌਜਵਾਨ ਦੇ ਪਰਿਵਾਰ ਦਾ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਝਗੜਾ ਹੋ ਗਿਆ ਸੀ। ਉਸ ਦਾ ਕਹਿਣਾ ਸੀ ਕਿ ਪੁਲਿਸ ਸਿਆਸੀ ਦਬਾਅ ਕਾਰਨ ਉਸ ਦੇ ਪਰਿਵਾਰ ਤੇ ਇੱਕ ਤਰਫਾ ਕਾਰਵਾਈ ਕਰ ਰਹੀ ਹੈ। ਇਹ ਸਾਰਾ ਕੁਝ ਸਰਪੰਚ ਸੁੱਚੇ ਨੂੰ ਵੀ ਪਤਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਉਹਦੀਆਂ ਕਾਲਰ ਕੋਟਾ ਕਢਾਈਆਂ ਜਾਣ। ਸੱਚੇ ਬੰਦੇ ਦੀ ਇੱਥੇ ਕੋਈ ਕਦਰ ਨਹੀਂ। ਪੁਲਿਸ ਨੂੰ ਫੋਨ ਕਰਨੇ ਦਾ ਕੋਈ ਫਾਇਦਾ ਨਹੀਂ ਹੈਗਾ। ਧੱਕਾ ਹੋ ਰਿਹਾ, ਧੱਕਾ ਸ਼ਰੇਆਮ। ਨਵਾਂਸ਼ਹਿਰ ਦੇ ਨਜ਼ਦੀਕ ਰਾਹੋਂ ਦੇ ਪਿੰਡ ਸ਼ਮਸ਼ਪੁਰ ਦੇ 25 ਸਾਲਾ ਨੌਜਵਾਨ ਵਰਿੰਦਰ ਸਿੰਘ ਨੇ ਸੋਮਵਾਰ ਦੇਰ ਰਾਤ ਫੇਸਬੁੱਕ ਤੇ ਲਾਈਵ ਹੋਣ ਤੋਂ ਬਾਅਦ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਨੌਜਵਾਨ ਨੇ ਵੀਡੀਓ 'ਚ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਹੋਏ ਝਗੜੇ ਦੀ ਗੱਲ ਦੱਸੀ। ਉਸ ਮੁਤਾਬਕ ਬੋਲੀ ਦੀ ਰੰਜਿਸ਼ ਨੂੰ ਲੈ ਕੇ ਉਸ ਦੇ ਘਰ ਹਮਲਾ ਕਰ ਦਿੱਤਾ ਗਿਆ। ਉਹਨਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ, ਪਰ ਪੁਲਿਸ ਨੇ ਉਲਟਾ ਉਹਨਾਂ ਨੂੰ ਹੀ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਨੌਜਵਾਨ ਦਾ ਕਹਿਣਾ ਸੀ ਕਿ ਪੁਲਿਸ ਸਿਆਸੀ ਦਬਾਅ ਹੇਠ ਹਮਲਾ ਕਰਨ ਵਾਲੇ ਲੋਕਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਇਹ ਸਾਰਾ ਕੁਝ ਸਰਪੰਚ ਸੁੱਚੇ ਨੂੰ ਵੀ ਪਤਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਉਹਦੀਆਂ ਕਾਲਰ ਕੋਟਾ ਕਢਾਈਆਂ ਜਾਣ। ਸਰਪੰਚ ਸੁੱਚੇ ਦੇ ਕਹਿਣ ਤੇ ਸਾਡਾ ਪਿੰਡਾਂ ਵਾਲਾ ਥੈਂ ਬਹਾ ਦਿੱਤਾ ਗਿਆ। ਉਹ ਸਾਡੇ ਨਾਲ ਰੰਜਿਸ਼ ਵਿੱਚ ਚੱਲ ਰਿਹਾ ਆ। ਉਲਟੇ ਗਵਾਹ ਸਾਰਾ ਕੁਝ ਝੂਠਾ ਫਰੇਬ ਕਰ ਰਿਹਾ ਆ। ਸੱਚੇ ਬੰਦੇ ਦੀ ਇੱਥੇ ਕੋਈ ਕਦਰ ਨਹੀਂ। ਪੁਲਿਸ ਨੂੰ ਫੋਨ ਕਰਨੇ ਦਾ ਕੋਈ ਫਾਇਦਾ ਨਹੀਂ ਹੈਗਾ। ਧੱਕਾ ਹੋ ਰਿਹਾ, ਧੱਕਾ ਸ਼ਰੇਆਮ। ਇਹਨਾਂ ਨੇ ਧੱਕਾ ਕੀਤਾ। ਮੇਰੀ ਕੋਈ ਆ ਕਿ ਮੇਰੀ ਜਿਹੜੀ ਪੱਗ ਵਾ ਮੇਰੇ ਘਰਦਿਆਂ ਨੂੰ ਵਾਪਸ ਦਵਾ ਦਿੱਤੀ ਜਾਵੇ ਤੇ ਜਿਹੜੇ ਇਹ ਬੰਦੇ ਸਾਡੇ ਘਰ ਤੇ ਹਮਲਾ ਕਰ ਸਕਦੇ ਆ ਤੇ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਕੱਲ੍ਹ ਨੂੰ ਇਹ ਕੁਛ ਵੀ ਕਰ ਸਕਦੇ ਆ। ਝੂਠੇ ਬਿਆਨ, ਝੂਠੇ ਪਰਚੇ ਸਭ ਕੁਝ ਕਰਾ ਸਕਦੇ ਆ। ਇੰਨਾ ਕੁ ਵਾਰੀ ਅਸੀਂ SSP ਦਫ਼ਤਰ ਪਾਈ ਸੀ, ਕੋਈ ਸਾਡੀ ਸੁਣਵਾਈ ਨਹੀਂ ਹੋਈ, ਕੋਈ ਇਨਕੁਆਰੀ ਨਹੀਂ ਆਈ। ਸ਼ਰੇਆਮ ਸਾਡੇ ਤੇ ਧਾਰਾ ਲਾ ਕੇ ਪਰਚੇ ਕੱਟ ਦਿੱਤੇ ਗਏ। ਕੋਈ ਪੁੱਛ ਪੜਤਾਲ ਨਹੀਂ, ਕੋਈ ਵਾਸਤਾ ਨਹੀਂ। ਸਾਰੇ ਗਵਾਹ ਇਹਨਾਂ ਦੇ ਸਰੀਕੇ ਦੇ ਆ, ਸਗੇ ਸੰਬੰਧੀ ਆ ਜਿਨ੍ਹਾਂ ਦੇ ਮੈਂ ਨਾਂ ਦੇ ਇਕੱਠੇ ਹੋ ਗਏ ਸੀ। ਉਹਨਾਂ ਨੇ ਤਾਂ ਝੂਠੀਆਂ ਗਵਾਹੀਆਂ ਦੇਣੀਆਂ ਆਈਆਂ ਆਪਣੇ ਨਿਆਣਿਆਂ ਦੇ। ਇਹ ਧੱਕੇਸ਼ਾਹੀ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਝਗੜੇ ਦੇ ਇਸ ਮਾਮਲੇ 'ਚ ਕ੍ਰਾਸ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਕਿਸੇ ਉੱਤੇ ਵੀ ਇੱਕ ਤਰਫਾ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਨਾ ਹੀ ਪੁਲਿਸ ਉੱਤੇ ਕੋਈ ਸਿਆਸੀ ਦਬਾਅ ਹੈ। ਉਹਨਾਂ ਮੁਤਾਬਕ ਇਸ ਮਾਮਲੇ 'ਚ ਕਾਨੂੰਨ ਮੁਤਾਬਕ ਹੀ ਕਾਰਵਾਈ ਕੀਤੀ ਜਾਵੇਗੀ। ਬਿਊਰੋ ਰਿਪੋਰਟ, ਟੀਵੀ ਪੰਜਾਬ। ਜਾਂਦੇ ਜਾਂਦੇ ਝਾਤ ਪਾਉਂਦੇ ਹਾਂ ਮੌਸਮ ਦੇ ਹਾਲ ਤੇ। ਬੇਸ਼ੱਕ ਐਤਵਾਰ ਸੋਮਵਾਰ ਦੀ ਦਰਮਿਆਨੀ ਰਾਤ ਪੈ ਮੀਂਹ ਕਾਰਨ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ, ਪਰ ਮੌਸਮ ਵਿਭਾਗ ਮੁਤਾਬਕ ਤੇ ਪੱਛਮੀ ਮਾਲਵਾ ਦੇ ਜ਼ਿਲ੍ਹਿਆਂ 'ਚ ਅਗਲੇ 5 ਦਿਨਾਂ 'ਚ ਹੁਮਸ ਨਾਲ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਹਾਲਾਂਕਿ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਿਚਕਾਰ ਮੌਸਮ 'ਚ ਹਲਕੇ ਬਦਲਾਅ ਵੀ ਹੋਣਗੇ ਕਿਉਂਕਿ ਇਸ ਸਮੇਂ ਪੰਜਾਬ 'ਚ ਮੌਨਸੂਨ ਕਮਜ਼ੋਰ ਹੋ ਗਿਆ ਹੈ। ਬੇਸ਼ੱਕ ਮੌਨਸੂਨ ਪੰਜਾਬ ਪਹੁੰਚ ਚੁੱਕਾ ਹੈ ਪਰ ਫਿਲਹਾਲ ਅਜੇ ਪੂਰੀ ਤਰ੍ਹਾਂ ਸਰਗਰਮ ਨਹੀਂ ਹੈ। ਵਿਭਾਗ ਦੇ ਮੁਤਾਬਕ ਮੌਸਮ 'ਚ ਤਬਦੀਲੀ ਆਉਣ ਕਰਕੇ ਮੌਨਸੂਨ ਕਮਜ਼ੋਰ ਹੋ ਗਿਆ ਹੈ। ਹਾਲਾਂਕਿ ਮੌਸਮ ਵਿਭਾਗ ਮੁਤਾਬਕ 3 ਜੁਲਾਈ ਤੋਂ ਧੂੜ ਭਰੀਆਂ ਹਵਾਵਾਂ ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਹਾਂ ਮੁੱਖ ਖਬਰਾਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਦੇਸ਼ ਨੂੰ ਸੰਬੋਧਨ। ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਵਿਸਥਾਰ ਹੁਣ ਨਵੰਬਰ ਮਹੀਨੇ ਤੱਕ ਕਰਨ ਦਾ ਕੀਤਾ ਐਲਾਨ। 59 ਚੀਨੀ ਐਪਸ ਨੂੰ ਬੈਨ ਕੀਤੇ ਜਾਣ ਤੋਂ ਬਾਅਦ ਗੂਗਲ ਤੇ ਐਪਲ ਨੇ ਆਪਣੇ ਪਲੇਟਫਾਰਮ ਤੋਂ ਇਨ੍ਹਾਂ ਐਪਸ ਨੂੰ ਹਟਾਉਣਾ ਕੀਤਾ ਸ਼ੁਰੂ। ਸਭ ਤੋਂ ਪਹਿਲਾਂ ਝਟਕਾ ਟਿਕਟੌਕ ਨੂੰ। ਭਾਰਤ 'ਚ ਕੋਰੋਨਾ ਵਾਇਰਸ ਤੋਂ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ 5.5 ਲੱਖ ਤੋਂ ਪਾਰ। ਬਾਬਾ ਰਾਮਦੇਵ ਕੋਰੋਨਾ ਦੀ ਦਵਾਈ ਬਣਾਉਣ ਦੇ ਦਾਅਵੇ ਤੋਂ ਮੁੱਕਰੇ। ਸਕੂਲ ਫੀਸ ਮਾਮਲੇ 'ਚ ਹਾਈ ਕੋਰਟ ਦਾ ਮਾਪਿਆਂ ਨੂੰ ਝਟਕਾ। ਸਕੂਲ ਵਸੂਲ ਸਕਣਗੇ ਦਾਖਲਾ ਤੇ ਟਿਊਸ਼ਨ ਫੀਸ। ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਮਾਮਲੇ 'ਚ ਗ੍ਰਿਫਤਾਰ ਬਰਾੜ, ਪੰਧੇਰ ਤੇ ਬੰਸਲ ਨੇ ਮੰਗੀ ਜ਼ਮਾਨਤ। ਅਦਾਲਤ ਨੇ ਸਿੱਟ ਅਤੇ ਪੰਜਾਬ ਸਰਕਾਰ ਨੂੰ ਭੇਜਿਆ ਨੋਟਿਸ। ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਟੀਵੀ ਪੰਜਾਬ।